श्री नानक पद पंकज बंदन, पद पंकज बंदन। सिमरौ अंगद दोख निकंदन, अमरदास गुर हृदय ध्यावा, गुर हृदय ध्यावा। श्री गुरु रामदास गुण गावा, श्री अर्जन बिघ्नन के नाशक, बिघ्नन के नाशक। हर गोबिंद शुभ सुमत प्रकाशक, श्री हर राय नमो कर जोरी, नमो कर जोरी। गुर हर कृष्ण मनाए बहोरी, तेग बहादुर परम कृपाला जी, परम कृपाला। श्री गुरु गोबिंद सिंह विसाला, तरौं तरा पार पुन पुन सीसा, मैं पुन पुन सीसा। बंदां बार बार जगदीशा, जिसमें अमृत ज्ञान है मानक भगत बैराग। श्री गुरु ग्रंथ साहिब उदद बंदों कर अनुराग। श्री गुर शब्द कमाए जिन, जीते पंच विकार। तिन संतन को बंदना, सिर चरणन पर तार। एक अंकारा सतगुरु, तेह प्रसाद सच होए। वाहिगुरु जी की फतेह, बिघ्न विनाशन सोए। वाहिगुरु जी की फतेह है, बिघ्न विनाशन सोए। सतनाम श्री वाहिगुरु साहिब जी। दोहरा इम घेरा बड़ पर रहियो, लरह खालसा जाई। एक दिन त्यारी प्रभ करी, बड़ रंजीत बजाए। इम घेरा बड़ पर रहियो। परम सन्मान योग, परम पूजनीक, जुगो जुग अटल। गुरता गद्दी दे ਸਿੰਘਾਸਨਾਂ ते विराजमान, दसां पातशाहियां दी आत्मिक जोत। धन धन साहिब श्री गुरु ग्रंथ साहिब सच्चे पातशाह जी दी पावन पवित्र हजूरी अंदर, शहीदां दे पावन पवित्र अस्थानां ते गुरु घर दी नित दी मर्यादा अनुसार गुर इतिहास लड़ीवार कथा विचार दा समा होया है। आओ कुछ समा मनोचित बिरतियां नूं एकाग्र करदे होए बड़े प्रेम नाल कलगीधर पातशाह महाराज दे पावन जीवन कौतकां दे प्रसंग सरवण करिए। कल दे दीवान अंदर आप संगतां ने सरवण कीता सी कि धन श्री गुरु गोबिंद सिंह महाराज ने सतलुज दे विच
ਕੀਮਤੀ ਜਵਾਹਰਾਤ ਧਨ ਆਦਿ ਕਰੋੜ ਦਿੱਤਾ ਹੈ। ਕੀਮਤੀ ਬਸਤਰ ਉਹ ਅਗਨ ਭੇਟ ਕਰ ਦਿੱਤੇ। ਕਿਲੇ ਦੇ ਅੰਦਰ ਸਿੰਘਾਂ ਦੇ ਛਕਣ ਵਾਸਤੇ ਭੋਜਨ ਪ੍ਰਸ਼ਾਦਾ ਕੱਚੀ ਰਸਤ ਖਤਮ ਹੋ ਚੁੱਕੀ ਹੈ। ਸਿੰਘਾਂ ਨੇ ਜਾ ਕੇ ਮਾਤਾ ਗੁਜਰ ਕੌਰ ਜੀ ਕੋਲ ਬੇਨਤੀ ਕੀਤੀ। ਮਾਤਾ ਗੁਜਰ ਕੌਰ ਜੀ ਪਹਿਲਾਂ ਤਾਂ ਚੁੱਪ ਰਹੇ। ਸਿੰਘਾਂ ਦੇ ਵਾਰ-ਵਾਰ ਕਹਿਣ ਤੇ ਮਾਤਾ ਗੁਜਰ ਕੌਰ ਇੱਕ ਦਿਨ ਕਲਗੀਧਰ ਪਾਤਸ਼ਾਹ ਦੇ ਕੋਲ ਬੇਨਤੀ ਕਰਨ ਵਾਸਤੇ ਪਹੁੰਚੇ। ਸਤਿਗੁਰੂ ਜੀ ਆਪ ਜੀ ਨੇ ਸਾਰਾ ਧਨ ਸਤਲੁਜ ਦੇ ਵਿੱਚ ਰੋੜ ਦਿੱਤਾ ਹੈ। ਕੀਮਤੀ ਦੁਸ਼ਾਲੇ ਬਸਤਰ ਅਗਨ ਭੇਟ ਕਰ ਦਿੱਤੇ। ਸਿੰਘਾਂ ਦੇ ਛਕਣ ਵਾਸਤੇ ਅੰਨ ਆਦਿਕ ਥੁੜ ਗਿਆ ਹੈ। ਬਹੁਤੇ ਸਿੰਘ ਜੰਗ ਯੁੱਧ ਕਰਦੇ ਸ਼ਹਾਦਤ ਦਾ ਜਾਮ ਪੀ ਗਏ ਹਨ। ਕੁਝ ਸਿੰਘ ਜਿਹੜੇ ਬਾਕੀ ਬਚੇ ਹੈ ਉਹ ਵੀ ਭੁੱਖ ਦੇ ਦੁੱਖ ਕਰਕੇ ਬਹੁਤਾ ਚਿਰ ਜੀਵਨ ਨਹੀਂ ਪਾ ਸਕਣਗੇ। ਆਪ ਇਸ ਤਰੀਕੇ ਨਾਲ ਗੁਰੂ ਕੇ ਖਾਲਸੇ ਨਾਲ ਕਿਉਂ ਕਰ ਰਹੇ ਹੋ? ਕਲਗੀਧਰ ਪਾਤਸ਼ਾਹ ਮਹਾਰਾਜ ਨੇ ਮਾਤਾ ਗੁਜਰ ਕੌਰ ਜੀ ਤਾਈਂ ਸਮਝਾਉਣਾ ਕੀਤਾ ਕਿ ਜਿਸ ਤਰੀਕੇ ਨਾਲ ਇੱਕ ਮਾਂ ਪਿਓ ਆਪਣੇ ਪੁੱਤਰਾਂ ਨੂੰ ਆਪਣੇ ਹੱਥੀਂ ਜ਼ਹਿਰ ਨਹੀਂ ਦੇ ਸਕਦਾ, ਤੇ ਫਿਰ ਮਾਤਾ ਜੀ ਮੈਂ ਆਪਣੇ ਹੱਥੀਂ ਜਿਸ ਗੁਰੂ ਕੇ ਖਾਲਸੇ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਹੈ, ਉਹ ਆਪਣੇ ਪੁੱਤਰਾਂ ਵਰਗੇ ਖਾਲਸੇ ਨੂੰ ਜਿਹੜਾ ਪੂਜਾ ਆਦਿਕ ਦਾ ਧਨ ਹੈ ਜ਼ਹਿਰ ਦੇ ਸਮਾਨ ਬਿਖ ਦੇ ਸਮਾਨ, ਉਹ ਮੈਂ ਕਿਸ ਤਰੀਕੇ ਨਾਲ ਦੇ ਸਕਦਾ ਹਾਂ? ਇਹ ਖਾਲਸਾ ਅਕਾਲ ਪੁਰਖ ਵਾਹਿਗੁਰੂ ਦੀ ਮੌਜ ਨਾਲ ਉਹਦੇ ਭਾਣੇ ਅੰਦਰ ਪ੍ਰਗਟ ਹੋਇਆ ਹੈ, ਤੇ ਇਹ ਜੋ ਸਾਰਾ ਵਰਤਾਰਾ ਵਰਤ ਰਿਹਾ ਹੈ ਇਹ ਵੀ ਅਕਾਲ ਪੁਰਖ ਵਾਹਿਗੁਰੂ ਦੇ ਭਾਣੇ ਅੰਦਰ ਵਰਤਦਾ ਪਿਆ ਹੈ। ਇਸ ਤਰੀਕੇ ਨਾਲ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਮਾਤਾ ਗੁਜਰ ਕੌਰ ਜੀ ਦੇ ਤਾਈਂ ਇਹ ਬਚਨ ਸਾਂਝੇ ਕੀਤੇ। ਇਤਿਆਦਿਕ ਵਿਚਾਰ ਕੱਲ ਦੇ ਦੀਵਾਨ ਅੰਦਰ ਬੜੇ ਪ੍ਰੇਮ ਨਾਲ ਸਰਵਣ ਕੀਤੀ ਸੀ। ਆਓ ਅੱਗੋਂ ਆਉਣ ਵਾਲਾ ਪ੍ਰਸੰਗ ਬੜੇ ਪ੍ਰੇਮ ਸਤਿਕਾਰ ਸਹਿਤ ਸਰਵਣ ਕਰੀਏ, ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਈਏ, ਰਸਨਾ ਨੂੰ ਪਵਿੱਤਰ ਕਰੀਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ ਦੋਹਰਾ। ਇਮ ਘੇਰਾ ਬੜ ਪਰ ਰਹਿਓ ਲਰਹਿ ਖਾਲਸਾ ਜਾਈ। ਇਸ ਤਰੀਕੇ ਨਾਲ ਆਨੰਦਪੁਰ ਸਾਹਿਬ ਨੂੰ ਚਾਰੇ ਦਿਸ਼ਾਵਾਂ ਤੋਂ ਘੇਰਾ ਪਿਆ ਹੋਇਆ ਹੈ, ਤੇ ਗੁਰੂ ਕਾ ਖਾਲਸਾ ਕਿਲਿਆਂ ਦੇ ਵਿੱਚੋਂ ਨਿਕਲ ਕੇ ਜੰਗ ਲੜਨ ਵਾਸਤੇ ਜਾਂਦਾ ਤੁਰਕਾਂ ਨਾਲ, ਪਹਾੜੀਆਂ ਨਾਲ। ਇੱਕ ਦਿਨ ਤਿਆਰੀ ਪ੍ਰਭ ਕਰੀ ਬੜ ਰਣਜੀਤ ਬਜਾਏ। ਇੱਕ ਦਿਨ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਰਣਜੀਤ ਨਗਾਰੇ ਤੇ ਚੋਟ ਵੱਜੀ ਹੈ। ਸਤਿਗੁਰੂ ਪਾਤਸ਼ਾਹ ਤਿਆਰ ਹੋਏ ਹਨ ਜਾਣ ਵਾਸਤੇ, ਕਿਲੇ ਚੋਂ ਬਾਹਰ ਨਿਕਲਣ ਵਾਸਤੇ। ਚੌਪਈ ਉੱਤੇ ਸਕਲ ਗਿਰੇਸ਼ਵਰ ਚੜੇ। ਉਧਰਲੇ ਪਾਸਿਓਂ ਸਾਰੇ ਪਹਾੜੀ ਰਾਜੇ ਰਣਜੀਤ ਨਗਾਰੇ ਦੀ ਆਵਾਜ਼ ਸੁਣ ਕੇ ਜੰਗ ਲੜਨ ਵਾਸਤੇ ਤਿਆਰ ਹੋਏ ਹਨ, ਚੜੇ ਹਨ। ਮਾਰੂ ਬਜੇ ਜਥਾ ਭਟ ਲੜੇ। ਇਸ ਤਰ੍ਹਾਂ ਮਾਰੂ ਨਾਦ ਮੈਦਾਨੇ ਜੰਗ ਅੰਦਰ ਵੱਜਿਆ, ਜਿਨ੍ਹਾਂ ਨੂੰ ਸੁਣ ਕੇ ਦੋਨਾਂ ਦਿਸ਼ਾਵਾਂ ਦੀਆਂ ਫੌਜਾਂ ਜੰਗ ਲੜਨ ਵਾਸਤੇ ਤਿਆਰ ਹੋ ਗਈਆਂ ਹਨ। ਰਣ ਸਿੰਘੇ ਸਰਨਾਈ ਢੋਲ। ਮੈਦਾਨੇ ਜੰਗ ਦੇ ਅੰਦਰ ਇੱਕ ਪਾਸੇ ਰਣ ਸਿੰਘਾ ਵੱਜਦਾ ਪਿਆ, ਇੱਕ ਪਾਸੇ ਢੋਲ ਵੱਜਦੇ ਪਏ ਹਨ, ਇੱਕ ਪਾਸੇ ਸ਼ਹਿਨਾਈਆਂ ਵੱਜ ਰਹੀਆਂ ਹਨ। ਤੁਰਰੀ ਨਾਦ ਨਗਾਰੇ ਬੋਲ। ਬਹੁਤ ਜ਼ਿਆਦਾ ਤੁਰਰੀਆਂ ਨਗਾਰੇ ਇਤਿਆਦਿਕ ਵੱਜਦੇ ਪਏ ਆ। ਆਵਾਜ਼
ਆਵਾਜ਼ ਹੋ ਰਹੀ ਹੈ। ਕਲਗੀ ਧਰ ਹੋਵੈ ਕੈ ਅਸਵਾਰ। ਇਧਰੋਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸ਼ਾਸਤਰ ਬਸਤਰ ਆਪਣੇ ਤਨ ਉੱਪਰ ਧਾਰਨ ਕਰਕੇ ਤਿਆਰ ਬਰ ਤਿਆਰ ਹੋਏ ਹਨ। ਚੜਿਓ ਖਾਲਸਾ ਆਯੁਧ ਧਾਰ। ਇਸ ਤਰ੍ਹਾਂ ਗੁਰੂ ਕਾ ਖਾਲਸਾ ਆਯੁਧ ਧਾਰ ਕੇ ਸ਼ਾਸਤਰ ਧਾਰ ਕੇ ਸਤਿਗੁਰਾਂ ਦੇ ਨਾਲ ਜੰਗ ਲੜਨ ਵਾਸਤੇ ਚੜਿਆ ਹੈ। ਜਹ ਗਿਰ ਪਤਨ ਮੋਰਚੇ ਕਰੇ। ਜਿੱਥੇ ਗਿਰ ਪਤਨ ਪਹਾੜੀ ਫੌਜਾਂ ਨੇ, ਪਹਾੜੀ ਰਾਜਿਆਂ ਨੇ ਆਪੋ ਆਪਣੇ ਮੋਰਚੇ ਬਣਾਏ ਸਨ। ਡੇਰੇ ਕਰੇ ਦੂਰ ਜਹ ਪਰੇ। ਜਿੱਥੇ ਉਹਨਾਂ ਪਹਾੜੀਆਂ ਦੇ ਬੜੇ ਦੂਰ ਡੇਰੇ ਸਨ ਅਨੰਦਪੁਰ ਸਾਹਿਬ ਤੋਂ। ਤਿਤ ਦਿਸ਼ ਕੋ ਗੁਰ ਅਗਰ ਸਿਧਾਰੇ। ਉਧਰਲੀ ਦਿਸ਼ਾ ਵੱਲ ਕਲਗੀਧਰ ਪਾਤਸ਼ਾਹ ਘੋੜੇ ਤੇ ਅਸਵਾਰ ਹੋ ਕੇ ਅਗਾਂਹ ਵਧੇ ਹਨ, ਚੱਲ ਪਏ ਹਨ। ਛੁੱਟੇ ਤੁਫੰਗਨ ਕੇ ਕੜਕਾਰੀ। ਬਹੁਤ ਜ਼ਿਆਦਾ ਤੁਫੰਗਣ ਬੰਦੂਕਾਂ ਦੇ ਵਿੱਚੋਂ ਗੋਲੀਆਂ ਚੱਲਦੀਆਂ ਨੇ ਤੇ ਕੜਕਾਰ ਦੀ ਆਵਾਜ਼ ਹੁੰਦੀ ਹੈ। ਲੁਟਿਓ ਖਾਲਸਾ ਜੰਗ ਮਝਾਰਾ। ਇਸ ਤਰ੍ਹਾਂ ਗੁਰੂ ਕਾ ਖਾਲਸਾ ਗੋਲੀਆਂ ਚੱਲਣ ਨਾਲ, ਮਾਰੂ ਨਾਦ ਵੱਜਣ ਨਾਲ ਦੋਨਾਂ ਦਿਸ਼ਾਵਾਂ ਦੀਆਂ ਫੌਜਾਂ ਇੱਕ ਦੂਜੇ ਦੇ ਵਿੱਚ ਜੰਗ ਕਰਨ ਵਾਸਤੇ ਜੁਟੀਆਂ ਹਨ। ਜਹ ਬਹੁ ਵਾਰੀ ਕਰੇ ਹੰਕਾਰਾ। ਇਸ ਤਰ੍ਹਾਂ ਬਹੁਤ ਵਾਰ ਜੈ ਪ੍ਰਾਪਤ ਕਰਨ ਕਰਕੇ, ਬਹੁਤ ਵਾਰ ਮੈਦਾਨੇ ਜੰਗ ਵਿੱਚ ਜਿੱਤ ਪ੍ਰਾਪਤ ਕਰਨ ਕਰਕੇ ਗੁਰੂ ਕੇ ਖਾਲਸੇ ਅੰਦਰ ਕੁਝ ਨਾ ਕੁਝ ਹੰਕਾਰ ਪੈਦਾ ਹੋ ਗਿਆ, ਮਾਨ ਪੈਦਾ ਹੋ ਗਿਆ ਕਿ ਅਸੀਂ ਜਿੰਨੀ ਵਾਰ ਵੀ ਮੈਦਾਨੇ ਜੰਗ ਅੰਦਰ ਜੂਝੇ ਆ ਸਾਨੂੰ ਜਿੱਤ ਹੀ ਪ੍ਰਾਪਤ ਹੋਈ ਹੈ। ਏਦਾਂ ਗੁਰੂ ਕੇ ਖਾਲਸੇ ਅੰਦਰ ਕੁਝ ਕੁ ਜਿੱਤ ਦਾ ਮਾਨ ਹੰਕਾਰ ਪੈਦਾ ਹੋ ਗਿਆ ਹੈ। ਅੱਗੇ ਵਧਿਓ ਚਲਾਵਤ ਗੋਰੀ। ਇਸ ਕਰਕੇ ਗੁਰੂ ਕਾ ਖਾਲਸਾ ਸਤਿਗੁਰਾਂ ਨੂੰ ਪਿੱਛੇ ਛੱਡ ਕੇ ਆਪ ਅਗਾਂਹ ਵੱਧ ਕੇ ਉਹਨਾਂ ਤੁਰਕਾਂ ਤੇ ਪਹਾੜੀਆਂ ਦੇ ਮੋਰਚਿਆਂ ਵਿੱਚ ਗੋਲੀਆਂ ਚਲਾਉਂਦਾ ਹੈ। ਦੋਨੋਂ ਦਿਸ਼ ਕੇ ਔਰ ਸਿਰ ਫੋਰੀ। ਦੋਨਾਂ ਦਿਸ਼ਾਵਾਂ ਦੇ ਔਰ ਛਾਤੀਆਂ ਅਤੇ ਸਿਰ ਇਹ ਵਿੰਨੇ ਜਾ ਰਹੇ ਗੋਲੀਆਂ ਲੱਗਣ ਨਾਲ। ਦੋਨਾਂ ਦਿਸ਼ਾਵਾਂ ਤੋਂ ਬੰਦੂਕਾਂ 'ਚ ਗੋਲੀਆਂ ਛੁੱਟਦੀਆਂ। ਦੋਨਾਂ ਦਿਸ਼ਾਵਾਂ ਦੀਆਂ ਫੌਜਾਂ ਗੋਲੀਆਂ ਲੱਗਣ ਦੇ ਕਰਕੇ ਛਾਤੀਆਂ ਤੇ ਸਿਰ ਵਿੰਨੇ ਜਾ ਰਹੇ ਹਨ। ਸਭ ਗਿਰਪਤੀ ਟੁਕੇ ਤਬ ਆਈ। ਤਦੋਂ ਸਾਰੇ ਪਹਾੜੀ ਰਾਜੇ ਆਪੋ ਆਪਣੀਆਂ ਫੌਜਾਂ ਦੇ ਨਾਲ ਅੱਗੇ ਹੋ ਕਰਕੇ ਢੁਕੇ ਹਨ। ਲੈ ਲੈ ਨਿਜ ਸਿਪਾਹ ਸਮੁਦਾਈ। ਆਪੋ ਆਪਣੇ ਸਿਪਾਹੀ ਲੈ ਕਰਕੇ ਸਾਰੇ ਪਹਾੜੀ ਰਾਜੇ, ਭੂਪ ਚੰਦ ਰਾਜਾ, ਭੀਮ ਚੰਦ ਰਾਜਾ, ਗੁਲੇਰ ਦਾ ਰਾਜਾ, ਮੰਡੀ ਸੁਕੇਤ ਦਾ ਰਾਜਾ, ਆਪੋ ਆਪਣੀਆਂ ਫੌਜਾਂ ਲੈ ਕਰਕੇ ਅੱਗੇ ਢੁਕੇ ਹਨ, ਭਾਵ ਅੱਗੇ ਆਏ ਹਨ। ਜਬ ਆਪਸ ਮੈਂ ਦਵੈ ਦਲ ਜੁਟੇ। ਜਦੋਂ ਇਸ ਤਰ੍ਹਾਂ ਦੋਨਾਂ ਦਿਸ਼ਾਵਾਂ ਦੀਆਂ ਫੌਜਾਂ ਆਪਸ ਵਿੱਚ ਜੰਗ ਕਰਨ ਵਾਸਤੇ ਜੁੜ ਪਈਆਂ ਹਨ। ਗੁਲਕਾਂ ਲੱਗ ਲੱਗ ਅੰਗਨ ਫੁੱਟੇ। ਗੋਲੀਆਂ ਲੱਗ ਲੱਗ ਕੇ ਸ਼ਾਸਤਰਾਂ ਦੇ ਵਾਰ ਲੱਗਣ ਕਰਕੇ ਫੌਜਾਂ ਦੇ ਅੰਗ ਵਿੰਨੇ ਜਾਣ ਲੱਗ ਪਏ ਹਨ। ਜਿਸ ਵਕਤ ਸਨਮੁਖ ਹੋਏ ਨਹੀਂ ਮੁਖ ਫੇਰੇ। ਇਧਰੋਂ ਗੁਰੂ ਕਾ ਖਾਲਸਾ ਅੱਗੇ ਹੋ ਕੇ ਜੰਗ ਲੜਨ ਲੱਗ ਪਏ ਹਨ। ਵਜਿਓ ਸਾਰ ਸੋ ਸਾਰ ਵਡੇਰੇ। ਮੈਦਾਨੇ ਜੰਗ ਅੰਦਰ ਬਹੁਤ ਜ਼ਿਆਦਾ ਸਾਰ ਸੋ ਸਾਰ, ਭਾਵ ਲੋਹੇ ਦੇ ਨਾਲ ਲੋਹਾ, ਸ਼ਾਸਤਰ ਦੇ ਨਾਲ ਸ਼ਾਸਤਰ ਵੱਜਦਾ ਪਿਆ। ਹੋਵਨ ਸਿੰਘਨ ਕੋ ਹੰਕਾਰ। ਜਦੋਂ ਸਤਿਗੁਰਾਂ ਨੇ ਵੇਖਿਆ ਕਿ ਇਹ ਸਿੰਘ ਅੱਗੇ ਵੱਧ ਕੇ ਜੰਗ ਲੜਦੇ ਪਏ ਹਨ, ਹੁਕਮ ਦੀ ਪਾਲਣਾ ਨਹੀਂ ਕੀਤੀ, ਤਾਂ ਇਧਰੋਂ ਕਲਗੀਧਰ ਪਾਤਸ਼ਾਹ ਨੇ ਸਿੰਘਾਂ ਦਾ ਮਾਨ ਹੰਕਾਰ ਦੂਰ ਕਰਨ ਵਾਸਤੇ ਗੁਰੂ ਮੁਰੇ ਤਬ ਜੰਗ ਮਝਾਰ। ਮਹਾਰਾਜ ਫਿਰ ਮੈਦਾਨੇ ਜੰਗ ਵਿੱਚੋਂ ਪਿਛਾਂ ਨੂੰ ਮੋੜ ਆਏ। ਉਹ ਵੀ ਅੱਗੇ ਵੱਧ ਕੇ ਜੰਗ ਲੜਨ ਲੱਗ ਪਏ। ਇਸ ਤਰ੍ਹਾਂ ਵਿਚਾਰ ਕੇ ਸਤਿਗੁਰੂ ਮੈਦਾਨੇ ਜੰਗ ਦੇ ਵਿੱਚੋਂ ਪਿਛਾਂ ਮੋੜ ਆਏ ਹਨ। ਪਿੱਛੇ ਖਾਏ ਸਕਿਸ਼ਤ ਭਲਾਈ। ਇਧਰੋਂ ਜਦੋਂ ਸਤਿਗੁਰੂ ਪਿਛਾਂ ਮੁੜੇ ਤਾਂ ਬਾਕੀ ਦੀ ਫੌਜ ਨੇ ਵੀ, ਬਾਕੀ ਦੇ ਸਿੰਘਾਂ ਨੇ ਵੀ ਉਹਨਾਂ ਮੁਗਲਾਂ ਤੇ ਪਹਾੜੀਆਂ ਦੇ ਹੱਥੋਂ ਸ਼ਿਕਸਤ ਨਾਮ ਹੈ ਹਾਰ ਦਾ, ਹਾਰ ਖਾਣੀ ਪਈ। ਹਾਰਨ ਲੱਗੇ ਹਨ ਮੈਦਾਨੇ ਜੰਗ ਵਿੱਚ ਤੇ ਤੁਰਕਾਂ ਤੇ ਪਹਾੜੀਆਂ ਦੇ ਅੱਗੇ ਲੱਗ ਕੇ ਭੱਜਣ ਲੱਗੇ। ਫਟੇ ਸਕਲ ਹੀ ਕਰਤ ਲੜਾਈ। ਇਸ ਤਰ੍ਹਾਂ ਜੰਗ ਲੜਦੇ ਲੜਦੇ ਸਾਰੇ ਪਿਛਾਂ ਨੂੰ ਭੱਜਣ ਲੱਗੇ।
ਮਾਨ ਹੰਕਾਰ ਪੈਦਾ ਹੋ ਜਾਂਦਾ ਹੈ। ਉਦੋਂ ਫਿਰ ਸਤਿਗੁਰੂ ਫਿਰ ਗੁਰੂ ਕੇ ਖਾਲਸੇ ਨੂੰ ਸਹੀ ਰਸਤਾ ਵਿਖਾਉਂਦੇ, ਸੇਧ ਦੱਸਦੇ ਹਨ। ਮਿਲੇ ਆਣ ਸ਼ਤਰੂ ਗਣ ਭਾਰੀ। ਇਸ ਤਰ੍ਹਾਂ ਬਹੁਤ ਜ਼ਿਆਦਾ ਭਾਰੀ ਗਿਣਤੀ ਵਿੱਚ ਸ਼ਤਰੂ ਦੁਸ਼ਮਣਾਂ ਦੀ ਫੌਜ ਚੜ੍ਹ ਕੇ ਆਈ ਇੱਕੇ ਵਾਰ। ਭਾਜੇ ਸਿੰਘ ਤਹਾਂ ਲਗ ਆਏ। ਇਸ ਤਰ੍ਹਾਂ ਜਿੱਥੋਂ ਤੱਕ ਗੁਰੂ ਕਾ ਖਾਲਸਾ ਅੱਗੇ ਲੱਗ ਕੇ ਭੱਜਦਾ ਆਉਂਦਾ, ਮਗਰ ਮਗਰ ਪਹਾੜੀਏ ਉੱਥੋਂ ਤੱਕ ਆਉਂਦੇ ਹਨ। ਗੁਰ ਕੋ ਜਹੈ ਸਮਾਜ ਸਮੁਦਾਇ। ਜਿੱਥੇ ਸਤਿਗੁਰਾਂ ਦਾ ਸਾਰਾ ਸਾਜੋ ਸਮਾਨ ਪਿਆ ਸੀ, ਘੋੜੇ ਬੱਝੇ ਸਨ, ਸ਼ਾਸਤਰ ਪਏ ਸਨ, ਧਨ ਆਦਿਕ ਪਿਆ ਸੀ। ਜਿੱਥੇ ਠਹਿਰੇ ਨਹੀਂ ਪੈਰ ਵਿੱਚ ਜੁੱਦਾ। ਗੁਰੂ ਕੇ ਖਾਲਸੇ ਨੇ ਮੈਦਾਨੇ ਜੰਗ ਅੰਦਰ ਅੱਜ ਆਪਣਾ ਪੈਰ ਜਮਾਇਆ ਨਹੀਂ, ਤੇ ਮਗਰ ਮਗਰ ਪਹਾੜੀਏ ਸਿੰਘਾਂ ਦੇ ਟਿਕਾਣੇ ਤੱਕ ਪਹੁੰਚ ਗਏ, ਜਿੱਥੇ ਸਾਰਾ ਸ਼ਾਸਤਰ ਪਿਆ ਸੀ, ਬਰੂਦ ਆਦਿਕ ਪਿਆ ਸੀ। ਪਰਿਓ ਜੋਰ ਗਨ ਰਿਪ ਬੋ ਕਰੁੱਦਾ। ਇਸ ਤਰ੍ਹਾਂ ਸਮੂਹ ਦੁਸ਼ਮਣ ਬੜੇ ਕ੍ਰੋਧ ਵਿੱਚ ਆ ਕੇ, ਵੀਰ ਰਸ ਵਿੱਚ ਆ ਕੇ ਸਿੰਘਾਂ ਦੇ ਮਗਰ ਪੈ ਗਏ ਹਨ। ਕਿਤਕ ਤਬੇਲਾ ਸੋ ਲੁੱਟ ਲਿਓ। ਜਿਤਨਾ ਤਬੇਲਾ ਸੀ ਗੁਰੂ ਕਾ, ਜਿਹਦੇ ਵਿੱਚ ਬੜੇ ਕੀਮਤੀ ਘੋੜੇ ਬੱਝੇ ਸਨ, ਉਹ ਸਾਰਾ ਲੁੱਟ ਲੈਣਾ ਕੀਤਾ ਮੁਗਲਾਂ ਤੇ ਤੁਰਕਾਂ ਦੀ ਫੌਜ। ਸ਼ਤਰਨ ਲਿਓ। ਬਹੁਤ ਜ਼ਿਆਦਾ ਧਨ ਪਟ ਕੀਮਤੀ ਬਸਤਰ ਸਾਰੇ ਦੁਸ਼ਮਣਾਂ ਨੇ ਖੋਹ ਲੈਣਾ ਕੀਤੇ। ਖਰੇ ਭਏ ਨਾ ਸਕੈ ਹਟਾਏ। ਇਸ ਤਰ੍ਹਾਂ ਉਹ ਸਾਰੇ ਖਲੋਤੇ ਰਹੇ ਆ, ਸਿੰਘ ਪਿਛਾਂ ਹਟ ਕੇ ਵੇਖਦੇ ਰਹੇ, ਕਿਸੇ ਨੇ ਅੱਗੇ ਹੋ ਕੇ ਰੋਕਿਆ ਨਾ ਤੁਰਕਾਂ ਨੂੰ। ਰਹੇ ਸਿੰਘ ਬਲ ਅਦਕ ਲਗਾਏ। ਬੜਾ ਬਲ ਵੀ ਲਾਇਆ, ਜ਼ੋਰ ਵੀ ਲਾਇਆ, ਪਰ ਕੋਈ ਵਾਹ ਪੇਸ਼ ਨਾ ਗਈ। ਸਿੱਖ ਰੋਵੈ ਬਹੁ ਖਰੇ ਪੁਕਾਰੈ। ਇਸ ਤਰ੍ਹਾਂ ਸਿੱਖਾਂ ਦੇ ਮਨ ਅੰਦਰ ਕਰੁਣਾ ਰਸ ਪੈਦਾ ਹੋਇਆ, ਤੇ ਸਤਿਗੁਰਾਂ ਦੇ ਸਨਮੁਖ ਪੁਕਾਰਨ ਲੱਗੇ। ਵੱਡ ਹੋਇਓ ਨੁਕਸਾਨ ਉਚਾਰੈ। ਇੱਕ ਦੂਜੇ ਦੇ ਤਾਈਂ ਪੁਕਾਰ ਕੇ ਕਹਿੰਦੇ ਹਨ ਸਿੰਘ ਆਪਸ ਵਿੱਚ ਕਿ ਇਹ ਬੜਾ ਤਕੜਾ ਨੁਕਸਾਨ ਹੋ ਗਿਆ। ਇਹਨਾਂ ਪਹਾੜੀਆਂ ਤੇ ਤੁਰਕਾਂ ਨੇ ਸਾਰਾ ਗੁਰੂ ਕਾ ਸਾਜੋ ਸਮਾਨ ਲੁੱਟ ਲੈਣਾ ਕੀਤਾ, ਬੜਾ ਨੁਕਸਾਨ ਕਰ ਦਿੱਤਾ ਸਾਡਾ। ਸ੍ਰੀ ਸਤਿਗੁਰ ਅਬ ਜੀਤੈ ਕੈਸੇ। ਸਿੰਘ ਆਪਸ ਵਿੱਚ ਇੱਕ ਦੂਜੇ ਨੂੰ ਆਖਦੇ, ਹੁਣ ਗੁਰੂ ਕਿਸ ਤਰੀਕੇ ਨਾਲ ਜਿੱਤੇਗਾ ਮੈਦਾਨੇ ਜੰਗ ਵਿੱਚ। ਇੰਨਾ ਨੁਕਸਾਨ ਹੋ ਗਿਆ, ਸਾਰੇ ਸ਼ਾਸਤਰ ਬਸਤਰ ਸਾਰਾ ਬਰੂਦ ਆਦਿਕ ਉਹ ਇਹਨਾਂ ਪਹਾੜੀਆਂ ਨੇ ਲੁੱਟ ਲੈਣਾ ਕੀਤਾ ਹਮਲਾ ਕਰਕੇ। ਹੁਣ ਇਹ ਜੰਗ ਕਿਸ ਤਰੀਕੇ ਨਾਲ ਜਿੱਤਾਂਗੇ। ਇਤੋ ਸਮਾਜ ਗਇਓ ਲੁੱਟ ਐਸੇ। ਇਹ ਸਾਰਾ ਸਾਜੋ ਸਮਾਨ ਐਵੇਂ ਹੀ ਲੁੱਟਿਆ ਗਿਆ ਹੈ। ਕਿਮ ਜੀਵੈ ਸ਼ਰਮਿੰਦਤ ਹੋਆ ਕੈ। ਕਿਸ ਤਰ੍ਹਾਂ ਅਸੀਂ ਸ਼ਰਮਿੰਦੇ ਹੋ ਕੇ ਸੰਸਾਰ ਦੇ ਅੰਦਰ ਜਿਉਵਾਂਗੇ, ਸਾਡਾ ਜੀਣ ਕਿਸ ਤਰ੍ਹਾਂ ਹੋਵੇਗਾ। ਗੁਰ ਕੋ ਕੁਛ ਨਾ ਸਕੈ ਬਚਾ ਕੈ। ਸਿੰਘ ਆਪਸ ਵਿੱਚ ਇੱਕ ਦੂਜੇ ਨੂੰ ਆਖਦੇ, ਕਹਿੰਦੇ ਆਪਾਂ ਤੇ ਲਾਚਾਰ ਹੋ ਗਏ, ਬੇਵੱਸ ਹੋ ਗਏ, ਕਿਸ ਤਰ੍ਹਾਂ ਸੰਸਾਰ ਦੇ ਅੰਦਰ ਸ਼ਰਮਿੰਦੇ ਹੋ ਕਰਕੇ ਜੀਵਾਂਗੇ। ਅਸੀਂ ਸਤਿਗੁਰੂ ਪਾਤਸ਼ਾਹ ਦਾ ਕੁਝ ਵੀ ਬਚਾ ਨਹੀਂ ਸਕੇ, ਸਾਰਾ ਕੁਝ ਹੀ ਇਹਨਾਂ ਪਹਾੜੀਆਂ ਨੇ ਲੁੱਟ ਲੈਣਾ ਕੀਤਾ ਹਮਲਾ ਕਰਕੇ। ਅਸੀਂ ਲਾਚਾਰ ਹੋ ਕੇ ਬੇਵੱਸ ਹੋ ਕੇ ਵੇਖਦੇ ਰਹੇ ਹਾਂ, ਕੁਝ ਬਚਾ ਨਹੀਂ ਸਕੇ। ਖਰੇ ਹੋਏ ਪੁਨ ਤਜੀ ਤੁਫੰਗੈ। ਇਸ ਤਰ੍ਹਾਂ ਆਪਸ ਵਿੱਚ ਵਿਚਾਰਾਂ ਕਰਕੇ ਪੁਕਾਰ ਕੇ ਨਾ ਗੁਰੂ ਕੇ ਸਿੰਘਾਂ ਨੇ ਜਿੱਥੋਂ ਤੱਕ ਹੋ ਸਕਿਆ ਉਹਨਾਂ ਪਹਾੜੀਆਂ ਤੇ ਤੁਰਕਾਂ ਨੂੰ ਡਰਾਉਣ ਵਾਸਤੇ ਖਲੋ ਕੇ ਬੰਦੂਕਾਂ ਚਲਾਉਣਾ ਕੀਤੀਆਂ। ਭੇਦਨ ਕਰੇ ਰਿਪੁਨ ਕੇ ਅੰਗੈ। ਤੇ ਉਹਨਾਂ ਦੁਸ਼ਮਣਾਂ ਦੇ ਅੰਗ ਸਰੀਰ ਗੋਲੀਆਂ ਦੇ ਨਾਲ ਭੇਦਣ ਦਾ ਅਰਥਾ ਵਿੰਨ ਦੇਣਾ ਕੀਤੇ। ਫਿਰ ਗਨ ਵਸਤੂ ਲੈ ਹਟੇ ਪਹਾੜੀ। ਪਰੰਤੂ ਫਿਰ ਵੀ ਉਹ ਪਹਾੜੀਏ ਬਹੁਤ ਗੁਰਾਂ ਦਾ ਲੁੱਟ ਕੇ ਗੋਲੀਆਂ ਵੱਜਣ ਕਰਕੇ ਪਿਛਾਂ ਨੂੰ ਮੁੜੇ ਹਨ। ਮੂਰਚਨ ਮੈਂ ਕਾਇਮ ਧ੍ਰਿਤ ਧਾਰੀ। ਤੇ ਬੜੀ ਧੀਰਜ ਦੇ ਨਾਲ ਉਹ ਪਹਾੜੀਏ ਸਾਜੋ ਸਮਾਨ ਲੁੱਟ ਕੇ ਆਪੋ ਆਪਣੇ ਮੋਰਚਿਆਂ ਦੇ ਵਿੱਚ ਜਾ ਵੜੇ। ਉਦੈ ਸਿੰਘ ਆਦਿਕ ਭੱਟ ਵੀਰ। ਇਧਰੋਂ ਪਹਾੜੀਆਂ ਦੇ ਪਿਛਾਂ ਮੁੜਨ ਤੋਂ ਬਾਅਦ ਸਤਿਗੁਰਾਂ ਦੇ ਧੀਰਜ ਧਾਰੀ ਜਰਨੈਲ ਯੋਧੇ ਭਾਈ ਉਦੈ ਸਿੰਘ ਇਤਿਆਦਿਕ ਭਾਈ ਆਲਮ ਸਿੰਘ
ਆਦਿਕ। ਰਣ ਤੇ ਹਟ ਪਹੁੰਚੇ ਗੁਰ ਤੀਰ। ਇਹ ਵੀ ਮੈਦਾਨੇ ਜੰਗ ਦੇ ਵਿੱਚੋਂ ਹਟ ਕੇ ਕਲਗੀਧਰ ਪਾਤਸ਼ਾਹ ਦੇ ਪਾਸ ਪਹੁੰਚੇ। ਕਰ ਜੋਰਤ ਅੰਦੇਸਾ ਧਰੈ। ਭਾਈ ਉਦੈ ਸਿੰਘ ਤੇ ਭਾਈ ਆਲਮ ਸਿੰਘ ਆਦਿਕ ਸਾਰੇ ਸਿੰਘ ਸਤਿਗੁਰਾਂ ਦੇ ਕੋਲ ਪਹੁੰਚੇ, ਹੱਥ ਜੋੜੇ ਤੇ ਮਨ ਦੇ ਵਿੱਚ ਬੜੀਆਂ ਵਿਚਾਰਾਂ ਨੇ ਕਿ ਸਤਿਗੁਰਾਂ ਨੂੰ ਕੀ ਦਸੀਏ ਕਿ ਕਿੱਡਾ ਨੁਕਸਾਨ ਕਰਾ ਕੇ ਆਏ ਹਾਂ। ਮਨ ਦੇ ਵਿੱਚ ਵਿਚਾਰਾਂ ਚੱਲਦੀਆਂ ਪਈਆਂ, ਹੱਥ ਜੁੜੇ ਐ ਤੇ ਸਤਿਗੁਰਾਂ ਦੇ ਸਨਮੁਖ ਖਲੋਤੇ ਆ ਕਰਕੇ ਬਾਖ ਸੁਨਾਵਨ ਪੁਨ ਪੁਨ ਕਰੈ। ਵਾਰ ਵਾਰ ਇੱਕ ਦੂਜੇ ਨੂੰ ਇਹ ਬਚਨ ਸਿੰਘ ਆਪਸ ਵਿੱਚ ਕਰਦੇ ਪਏ ਹਨ। ਮਚਿਓ ਸਭਨ ਮਹਿ ਹਾਹਾਕਾਰ। ਸਾਰਿਆਂ ਦੇ ਵਿੱਚ ਸਿੰਘਾਂ ਦੇ ਵਿੱਚ ਹਾਹਾਕਾਰ ਮਚ ਗਈ ਹੈ। ਲੁੱਟਿਓ ਸਮਾਜ ਮਹਾ ਬਿਸਮਾਰ। ਕਿ ਸਾਡਾ ਬੇਸ਼ੁਮਾਰ, ਬੇਸ਼ੁਮਾਰ ਦਾ ਅਰਥ ਜਿਹਦੀ ਗਿਣਤੀ ਨਾ ਹੋ ਸਕੇ, ਅਣਗਿਣਤ ਸਾਡਾ ਅਣਗਿਣਤੀ ਸਾਜੋ ਸਮਾਨ ਇਹਨਾਂ ਪਹਾੜੀਆਂ ਅਤੇ ਤੁਰਕਾਂ ਨੇ ਲੁੱਟ ਲੈਣਾ ਕੀਤਾ ਹੈ। ਵਸਤਰ ਤੁਰੰਗਮ ਆਦਿਕ ਵਸਤੂ। ਬੜੇ ਕੀਮਤੀ ਬਸਤਰ, ਬੜੇ ਕੀਮਤੀ ਤੁਰੰਗਮ ਘੋੜੇ ਇਤਿਆਦਿਕ ਹੋਰ ਸਾਜੋ ਸਮਾਨ ਸਮੇਤ ਮਹਾਰਾਜ ਲੁੱਟ ਗਈ ਸਮਸਤੂ। ਐ ਸਤਿਗੁਰੂ ਪਾਤਸ਼ਾਹ ਸਿੰਘ ਬੇਨਤੀ ਕਰਦੇ ਆ, ਮਹਾਰਾਜ ਕੀਮਤੀ ਬਸਤਰ ਘੋੜੇ ਧਨ ਆਦਿਕ ਇਹ ਸਾਰਾ ਲੁੱਟਿਆ ਗਿਆ ਹੈ। ਕਈ ਹਜ਼ਾਰਨ ਕੋ ਕਿਆ ਗਣੇ। ਮਹਾਰਾਜ ਕਿੰਨੇ ਹਜ਼ਾਰਾਂ ਦਾ ਧਨ ਜਿਹਦੀ ਕੋਈ ਗਿਣਤੀ ਨਹੀਂ ਅਸੀਂ ਕਰ ਸਕਦੇ। ਸ਼ਤਰੂ ਪ੍ਰਬਲ ਗਏ ਲੈ ਘਣੇ। ਇਹ ਜਿਹੜੇ ਪਰ ਵਿਸ਼ੇਸ਼ ਬਲ ਵਾਲੇ ਦੁਸ਼ਮਣ ਹੈ ਨਾ, ਇਹਨਾਂ ਇੱਕੇ ਵਾਰ ਹੱਲਾ ਕੀਤਾ ਤੇ ਸਾਰਾ ਕੁਝ ਲੁੱਟ ਕੇ ਲੈ ਗਏ। ਸਭ ਕੇ ਉਰ ਕੋ ਗੁਰ ਦੁਖ ਲਹਿਓ। ਜਦੋਂ ਇਸ ਤਰ੍ਹਾਂ ਸਿੰਘਾਂ ਨੇ ਬੜੇ ਦੁੱਖ ਦੇ ਸਹਿਤ ਬੇਨਤੀ ਕੀਤੀ ਸਤਿਗੁਰਾਂ ਦੇ ਚਰਨਾਂ 'ਚ, ਮਹਾਰਾਜ ਬੜਾ ਕੁਝ ਲੁੱਟਿਆ ਗਿਆ, ਸਾਜੋ ਸਮਾਨ ਲੁੱਟਿਆ ਗਿਆ ਹੈ ਤੇ ਕਲਗੀਧਰ ਪਾਤਸ਼ਾਹ ਨੇ ਸਿੰਘਾਂ ਦੇ ਅੰਦਰ ਦੀ ਬਿਰਥਾ ਜਾਣਨਾ ਕੀਤੀ। ਆਲਮ ਸਿੰਘ ਸੰਗ ਤਬ ਕਹਿਓ। ਤਦੋਂ ਸਤਿਗੁਰਾਂ ਨੇ ਭਾਈ ਆਲਮ ਸਿੰਘ ਦੇ ਤਾਈਂ ਸੰਬੋਧਨ ਹੋ ਕੇ ਬਚਨ ਕੀਤਾ। ਆਵਣੀ ਪਰ ਦੇਹੁ ਐਚ ਲਕੀਰ। ਸਤਿਗੁਰੂ ਪਾਤਸ਼ਾਹ ਸਮਝਾਉਣ ਲੱਗੇ ਗੁਰੂ ਕੇ ਖਾਲਸੇ। ਮਹਾਰਾਜ ਭਾਈ ਆਲਮ ਸਿੰਘ ਨੂੰ ਕਹਿਣ ਲੱਗੇ, ਭਾਈ ਆਲਮ ਸਿੰਘ ਧਰਤੀ ਦੇ ਉੱਪਰ ਇੱਕ ਲਕੀਰ ਖਿੱਚਣਾ ਕਰ। ਉਹ ਬਿਦ ਕੀ ਹੋਏ ਅਲਪ ਗਹੀਰ। ਉਹ ਲਕੀਰਾਂ ਕੁਝ ਤੇ ਬਹੁਤੀਆਂ ਵੱਡੀਆਂ ਖਿੱਚਦੇ ਤੇ ਕੁਝ ਛੋਟੀਆਂ ਖਿੱਚ। ਇਸ ਤਰ੍ਹਾਂ ਲਕੀਰਾਂ ਲੰਬੀਆਂ ਤੇ ਛੋਟੀਆਂ ਖਿੱਚ ਦੇਣਾ ਕਰ ਧਰਤੀ ਉੱਪਰ। ਮਾਨ ਬਚਨ ਖੈਂਚੀ ਗਨ ਰੇਖਾ। ਤੇ ਕਲਗੀਧਰ ਪਾਤਸ਼ਾਹ ਦਾ ਬਚਨ ਮੰਨ ਕੇ ਭਾਈ ਆਲਮ ਸਿੰਘ ਨੇ ਬੜੀਆਂ ਰੇਖਾਵਾਂ, ਬੜੀਆਂ ਲਕੀਰਾਂ ਧਰਤੀ ਉੱਪਰ ਖਿੱਚ ਦੇਣਾ ਕੀਤੀਆਂ, ਵਾਹ ਦੇਣਾ ਕੀਤੀਆਂ। ਖਰੇ ਸਮੀਪੀ ਵਿਖਾ ਸ਼ੇਖਾ। ਤੇ ਬਹੁਤ ਸਿੰਘ ਆਲੇ ਦੁਆਲੇ ਸਤਿਗੁਰਾਂ ਦੇ ਖਲੋਤੇ ਆ। ਇਹ ਕੌਤਕ ਆਪਣੀਆਂ ਅੱਖਾਂ ਦੇ ਨਾਲ ਵੇਖਦੇ ਪਏ ਮਹਾਰਾਜ ਕੀ ਕਰਨ ਲੱਗੇ ਆ, ਕੀ ਸਮਝਾਉਣ ਲੱਗੇ, ਵੇਖਦੇ ਪਏ ਹਨ। ਸ਼੍ਰੀ ਕਲਗੀਧਰ ਦੇਖ ਉਚਾਰੀ। ਜਦੋਂ ਲਕੀਰਾਂ ਖਿੱਚ ਦਿੱਤੀਆਂ ਭਾਈ ਆਲਮ ਸਿੰਘ ਨੇ, ਸਤਿਗੁਰਾਂ ਨੇ ਉਹ ਲਕੀਰਾਂ ਖਿੱਚੀਆਂ ਵੇਖ ਕੇ ਬਚਨ ਉਚਾਰਨ ਕੀਤਾ ਹੈ। ਆਲਮ ਸਿੰਘ ਮੇਟ ਦੇਹੋ ਸਾਰੀ। ਐ ਆਲਮ ਸਿੰਘ ਇਹ ਲਕੀਰਾਂ ਹੁਣ ਮਿਟਾ ਦੇਣਾ ਕਰ, ਖਤਮ ਕਰ ਦੇ। ਸਕਲ ਬਿਲੋਕਤ ਮੇਟੀ ਫੇਰ। ਤੇ ਭਾਈ ਆਲਮ ਸਿੰਘ ਨੇ ਬਚਨ ਮੰਨ ਕੇ ਸਾਰੇ ਸਿੰਘਾਂ ਦੇ ਵੇਖਦਿਆਂ ਵੇਖਦਿਆਂ ਜਿੱਦਾਂ ਲਕੀਰਾਂ ਖਿੱਚੀਆਂ ਸਨ ਧਰਤੀ ਉੱਪਰ, ਉਦਾਂ ਹੀ ਉਹ ਸਾਰੀਆਂ ਲਕੀਰਾਂ ਫਿਰ ਮਿਟਾ ਦੇਣਾ ਕੀਤੀਆਂ। ਰਹੀ ਨਾ ਕੋ ਛਿਤ ਛੋਟ ਵਡੇਰ। ਕੋਈ ਵੀ ਧਰਤੀ ਉੱਪਰ ਛੋਟੀ ਵੱਡੀ ਲਕੀਰ ਬਾਕੀ ਨਜ਼ਰ ਨਹੀਂ ਆ ਰਹੀ, ਸਾਰੀਆਂ ਮਿਟਾ ਦਿੱਤੀਆਂ। ਤਬ ਸਭ ਸਿੰਘ ਬੂਝਵੇ ਕਰੇ। ਤਦੋਂ ਸਾਰੇ ਸਿੰਘਾਂ ਨੇ ਫਿਰ ਕਲਗੀਧਰ ਪਾਤਸ਼ਾਹ ਦੇ ਪਾਸੋਂ ਪੁੱਛਣਾ ਕੀਤਾ। ਹਰਖ ਸ਼ੋਕ ਭੀ ਕੁਛ ਉਰ ਧਰੇ। ਮਹਾਰਾਜ ਸਿੰਘਾਂ ਦੇ ਤਾਈਂ ਪੁੱਛਦੇ ਆ, ਸਿੰਘੋ ਇਹ ਲਕੀਰਾਂ ਪਹਿਲਾਂ ਧਰਤੀ ਫਿਰ ਮਿਟਾ ਦਿੱਤੀਆਂ ਗਈਆਂ, ਇਹਨਾਂ ਲਕੀਰਾਂ ਦੇ ਵਾਹੁਣ ਕਰਕੇ ਜਾਂ ਮਿਟਾਉਣ ਕਰਕੇ ਤੁਹਾਡੇ ਮਨ ਨੂੰ ਕੋਈ ਖੁਸ਼ੀ ਜਾਂ ਗਮੀ ਹੋਈ ਹੈ, ਕੋਈ ਦੁੱਖ ਜਾਂ ਸੁੱਖ ਪੈਦਾ ਹੋਇਆ ਮਨ ਵਿੱਚ, ਦੱਸਣਾ ਕਰੋ। ਕਿਦੋਂ ਭਇਓ ਨਹਿ ਦੇਹੋ ਬਤਾਈ। ਜਾਂ ਫਿਰ ਮਨ ਦੇ ਵਿੱਚ ਕੋਈ ਅਸਰ ਨਹੀਂ ਹੋਇਆ, ਸਾਡੇ ਤਾਈਂ ਦੱਸਣਾ ਕਰੋ। ਰੇਖ ਦੇਖ ਕਰ ਕੈ ਬਿਨਸਾਈ। ਇਹ ਰੇਖਾ ਖਿੱਚੀਆਂ ਵੇਖ ਕੇ
ਨਾਲ ਹਾਨੀ ਹੋ ਜਾਵੇ ਕਿਸੇ ਪਦਾਰਥ ਵਿੱਚੋਂ ਤਾਂ ਮਨ ਅੰਦਰ ਕੋਈ ਗਮ ਨਹੀਂ, ਜੇ ਲਾਭ ਪ੍ਰਾਪਤ ਹੋ ਜਾਵੇ ਤੇ ਕੋਈ ਹਰਖ ਨਹੀਂ। ਉਹਨਾਂ ਦਾ ਹਿਰਦਾ ਇੱਕ ਸਮਾਨ ਹੁੰਦਾ ਹੈ। ਸੰਚੇ ਜਾਏ ਪਦਾਰਥ ਸਾਰੇ, ਜਿੰਨੇ ਮਰਜੀ ਪਦਾਰਥਾਂ ਨੂੰ ਸੰਚੇ ਕਰ ਲਈਏ, ਇਕੱਤਰ ਕਰ ਲਈਏ, ਦਰਬ ਆਦ ਜੇ ਰਤਨ ਉਦਾਰੇ, ਭਾਵੇਂ ਉਹ ਪਦਾਰਥ ਧਨ ਰੂਪ ਵਿੱਚ ਹੈ, ਭਾਵੇਂ ਰਤਨਾਂ ਦੇ ਰੂਪ ਵਿੱਚ ਹੈ, ਚਾਹੇ ਹੋਰ ਕੋਈ ਸਾਜੋ ਸਮਾਨ ਹੈ, ਜਿੰਨੇ ਮਰਜੀ ਇਕੱਤਰ ਕਰ ਲਈਏ, ਜਮਾ ਕਰ ਲਈਏ। ਗਜ ਬਾਜੀ ਜਿਨ ਮੋਲ ਵਿਸਾਲੇ, ਬਹੁਤੇ ਗੱਜ ਹਾਥੀ, ਬਹੁਤੇ ਬਾਜੀ ਘੋੜੇ, ਜਿਨ੍ਹਾਂ ਦਾ ਬਹੁਤਾ ਮੁੱਲ ਹੋਵੇ। ਮੁਕਤਾ ਹੀਰੇ ਬ੍ਰਿੰਦ ਪਰਵਾਲੇ, ਬਹੁਤ ਜ਼ਿਆਦਾ ਮੋਤੀ ਹੀਰੇ ਅਤੇ ਪਰਵਾਲੇ ਦਾ ਅਰਥਾ ਮੂੰਗੇ ਇਤਿਆਦਿਕ ਇਹ ਸਾਰੇ ਧਨ ਜਵਾਹਰਾਤ ਭਾਵੇਂ ਜਿੰਨੇ ਮਰਜੀ ਮਨੁੱਖ ਇਕੱਤਰ ਕਰ ਲਵੇ, ਜਮਾ ਕਰ ਲਵੇ। ਇਤਿਆਦਿਕ ਪਿਖ ਆਪਣੀ ਜਾਨ, ਇਹਨਾਂ ਸਾਰਿਆਂ ਨੂੰ ਵੇਖ ਕੇ ਵੀ ਇਹ ਪਦਾਰਥ ਮੇਰੇ ਹੈ, ਉਹਨਾਂ ਵਿੱਚ ਆਪਣਤ ਧਾਰਨ ਕਰ ਲਵੇ, ਮੈਂ ਪੁਨਾ ਧਾਰ ਲਵੇ ਵੀ ਇਹ ਸਾਰੇ ਪਦਾਰਥ ਮੇਰੇ ਹੈ, ਏਦਾਂ ਹੰਕਾਰ ਧਾਰ ਲਵੇ। ਗੁਰ ਕੋ ਹਰਖ ਨਾ ਹੋਇਆ ਹਿਤਮਾਨ, ਪਰੰਤੂ ਇਹ ਜਿਹੜੇ ਪਦਾਰਥ ਹੈ, ਇਹਨਾਂ ਪਦਾਰਥਾਂ ਦਾ ਅਸਰ ਦੁਨਿਆਵੀ ਲੋਕਾਂ ਦੇ ਉੱਪਰ ਹੁੰਦਾ ਹੈ। ਗੁਰਬਾਣੀ ਸਮਝਾਉਂਦੀ ਹੈ, ਐ ਜੀਵ, ਦੁਨੀਆ ਦੇ ਜਿੰਨੇ ਪਦਾਰਥ ਤੈਨੂੰ ਪਰਮਾਤਮਾ ਨੇ ਵਰਤਣ ਵਾਸਤੇ ਦਿੱਤੇ ਹੈ, ਇਹਨਾਂ 'ਚ ਮੈਂ ਮੇਰੀ ਨਾ ਧਾਰ। ਇਹਨਾਂ ਨੂੰ ਵੇਖ ਕੇ ਹਿਰਦੇ ਵਿੱਚ ਹੰਕਾਰ ਨਾ ਲਿਆ। ਸਤਿਗੁਰੂ ਗੁਰਬਾਣੀ ਦੁਆਰਾ ਸਮਝਾਉਂਦੇ, ਸੂਮਹਿ ਧਨ ਸੰਚਨ ਕਉ ਦੀਆ, ਮੁਕਤ ਕਹੈ ਧਨ ਮੇਰਾ। ਅਕਾਲ ਪੁਰਖ ਵਾਹਿਗੁਰੂ ਨੇ ਇਹ ਧਨ ਜਿਹੜਾ ਹੈ, ਇਹ ਜਮਾ ਕਰਨ ਵਾਸਤੇ ਦਿੱਤਾ, ਸਾਂਭਣ ਵਾਸਤੇ ਦਿੱਤਾ, ਪਰ ਇਹ ਮੂਰਖ ਜੀਵ ਸਮਝ ਲੈਂਦਾ ਸਾਰਾ ਕੁਝ ਮੇਰਾ ਹੀ ਹੈ। ਕਿਸੇ ਨੂੰ ਪੈਸੇ ਜਮਾ ਕਰਾ ਦਈਏ ਤੇ ਉਹਦੇ ਉੱਪਰ ਆਪਣਾ ਆਪ ਧਾਰਨ ਕਰੀ ਜਾਵੇ, ਇਹ ਪ੍ਰਮਾਤਮਾ ਨੇ ਸਾਨੂੰ ਅਮਾਨਤ ਜਮਾ ਕਰਾਈ ਹੈ। ਤੇ ਜਿਹਦੇ ਕੋਲ ਜਮਾ ਕਰਾਏ ਹੋਣ, ਉਹ ਜਮਾ ਕੀਤੇ ਪੈਸਿਆਂ ਨੂੰ ਆਪਣੀ ਇਮਾਨਤ ਸਮਝ ਕੇ ਹੰਕਾਰ ਕਰੇ, ਆਫਰੇ, ਇਹ ਸਿਆਣਪ ਨਹੀਂ ਹੈ। ਅਕਾਲ ਪੁਰਖ ਵਾਹਿਗੁਰੂ ਨੇ ਇਹ ਜਿਤਨੇ ਧਨ ਆਦਿਕ ਪਦਾਰਥ ਦਿੱਤੇ ਹੈ, ਇਹ ਇਸ ਮਨੁੱਖ ਦੇ ਕੋਲ ਪਰਮਾਤਮਾ ਦੀ ਅਮਾਨਤ ਹੈ। ਸਤਿਗੁਰੂ ਫਰਮਾਉਂਦੇ, ਅਮਾਨਤ ਕਿਸੇ ਦੀ ਹੈ, ਮੈਂ ਪੁਨਾ ਤੂੰ ਧਾਰਨ ਕਰੀ ਬੈਠਾ। ਵੇਖ ਵੇਖ ਕੇ ਖੁਸ਼ ਹੁੰਦਾ, ਹੰਕਾਰ ਧਾਰਦਾ, ਤੇ ਜਦੋਂ ਉਹ ਅਮਾਨਤ ਪਰਮਾਤਮਾ ਆਪਣੀ ਖੋਹ ਲੈਂਦਾ, ਵਾਪਸ ਲੈ ਲੈਂਦਾ, ਫਿਰ ਦੁੱਖ ਕਿਉਂ ਕਰਦਾ, ਦੁਖੀ ਕਿਉਂ ਹੁੰਦਾ? ਇਹ ਤੇ ਇਮਾਨਤ ਜਿਸ ਦੀ ਸੀ, ਉਹਨੇ ਇੱਕ ਨਾ ਇੱਕ ਦਿਨ ਵਾਪਸ ਲੈਣੀ ਹੈ, ਤੇ ਤੂੰ ਐਵੇਂ ਇਹਦੇ ਵਿੱਚ ਹੰਕਾਰ ਧਾਰਨ ਕਰੀ ਬੈਠਾ। ਇਸ ਤਰ੍ਹਾਂ ਸਤਿਗੁਰੂ ਸਮਝਾਉਂਦੇ, ਇਹ ਮਾਇਕੀ ਪਦਾਰਥਾਂ ਦਾ ਅਸਰ ਅਗਿਆਨੀ ਲੋਕਾਂ ਦੇ ਉੱਪਰ ਹੁੰਦਾ ਹੈ। ਗੁਰੂ ਦੇ ਉੱਪਰ ਪਦਾਰਥਾਂ ਦੇ ਆਉਣ ਦਾ, ਪਦਾਰਥਾਂ ਦੇ ਚਲੇ ਜਾਣ ਦਾ, ਰੱਤਾ ਭਰ ਵੀ ਹਰਖ ਅਤੇ ਸ਼ੋਕ ਦਾ ਅਸਰ ਨਹੀਂ ਹੈ। ਲੱਖੋਂ ਕੋ ਸਮਾਜ ਦਿਪਤਾਈ, ਇਹ ਜਿਹੜਾ ਲੱਖਾਂ ਦਾ ਸਾਜੋ ਸਮਾਨ ਦਿਪਤਾਈ ਪ੍ਰਕਾਸ਼ ਦਾ ਪਿਆ ਹੈ, ਨਜ਼ਰ ਆਉਂਦਾ ਪਿਆ ਹੈ। ਸਮਾਂ ਪਾਏ ਹਾਨੀ ਹੋਏ ਜਾਈ, ਇਹ ਸਮਾਂ ਪਾ ਕੇ ਇੱਕ ਨਾ ਇੱਕ ਦਿਨ ਤੇ ਨਸ਼ਟ ਹੋਣਾ ਹੀ ਹੈ, ਖਤਮ ਹੋਣਾ ਹੀ ਹੈ। ਓ ਗੁਰ ਕੇ ਕੁਛ ਸ਼ੋਕ ਨਾ ਹੋਵੇ ਹੈ, ਪਰੰਤੂ ਤਾਂ ਵੀ ਜੋ ਗੁਰੂ ਹੈ, ਉਹਦੇ ਉੱਪਰ, ਉਹਦੇ ਮਨ ਉੱਪਰ ਕੋਈ ਸ਼ੋਕ ਨਹੀਂ ਪੈਦਾ ਹੁੰਦਾ। ਸਤਿਗੁਰੂ ਗੁਰਬਾਣੀ 'ਚ ਸਮਝਾਉਂਦੇ, ਕਬੀਰ ਗਰਬ ਨਾ ਕੀਜੀਐ, ਉੱਚਾ ਦੇਖ ਆਵਾਸ। ਮਹਾਰਾਜ ਸਮਝਾਉਂਦੇ, ਸੁੰਦਰ ਮਕਾਨ ਉੱਚੇ ਉੱਚੇ ਵੇਖ ਕੇ ਮਨ ਵਿੱਚ ਗਰਬ ਨਾ ਕਰ। ਇੱਕ ਦਿਨ ਉੱਪਰ ਜਾਮੈ ਘਾਸ, ਇਹ ਸਾਰਾ ਕੁਝ ਮਲੀਆ ਮੇਟ ਹੋ ਜਾਵੇਗਾ, ਧਰਤੀ 'ਚ ਮਿਲ ਜਾਵੇਗਾ, ਮਿੱਟੀ 'ਚ ਮਿਲ ਜਾਵੇਗਾ, ਤੇ ਫਿਰ ਉੱਪਰ ਇਹਦੇ ਘਾਹ ਫੂਸ ਇਤਿਆਦਿਕ ਉਹ ਜੰਮ ਜਾਵੇਗਾ, ਪੈਦਾ ਹੋ ਜਾਊ। ਇਸ ਕਰਕੇ ਇਹਦਾ ਮਾਣ ਨਾ ਕਰ। ਗੁਰੂ ਦੇ ਉੱਪਰ ਰੱਤਾ ਭਰ ਵੀ ਮਾਇਕੀ ਪਦਾਰਥਾਂ ਦਾ ਅਸਰ ਨਹੀਂ ਹੈ। ਨਾਸਵੰਤ ਪੂਰਬ ਹੀ ਜੋਵਹਿ, ਕਿਉਂਕਿ ਉਹ ਪਹਿਲਾਂ ਹੀ ਇਹਨਾਂ ਦੁਨਿਆਵੀ ਪਦਾਰਥਾਂ ਨੂੰ ਨਾਸ਼ਵੰਤ ਮੰਨਦੇ ਹੈ ਕਿ ਸਾਰਾ ਕੁਝ ਨਾਸ਼ਵਾਨ ਹੈ, ਖਤਮ ਹੋ ਜਾਣ ਵਾਲਾ ਹੈ। ਸਮਚਿਤ ਸਦਾ ਰਹਿ ਆਨੰਦ, ਉਹਨਾਂ ਦੀ ਬਿਰਤੀ ਮੰਨਦੇ ਇਹਨਾਂ ਪਦਾਰਥਾਂ ਦੇ ਵਿੱਚ, ਹਰਖ ਸ਼ੋਕ ਦੇ ਵਿੱਚ, ਰਾਗ ਦਵੈਸ਼ ਦੇ ਵਿੱਚ,
ਇੱਕ ਸਮਾਨ ਰਹਿੰਦੀ ਹੈ। ਕਰੈ ਵਿਖੇਪ ਨਾ ਦੁੰਦ ਬਿਲੰਦ। ਇਸ ਕਰਕੇ ਉਹ ਰਾਗ ਦਵੈਸ਼ ਦੇ ਜੋ ਵੱਡੇ ਦਵੰਦ ਆ, ਝਗੜੇ ਹੈ, ਕਲੇਸ਼ ਹੈ, ਇਹਨਾਂ ਦੇ ਕਰਕੇ ਉਹਨਾਂ ਦਾ ਮਨ ਵਿਖੇਪ ਵਿੱਚ ਨਹੀਂ ਆਉਂਦਾ, ਚੰਚਲਤਾਈ ਦੇ ਵਿੱਚ ਨਹੀਂ ਆਉਂਦਾ। ਭੂਤ ਭਵਿਖਯਤ ਅਰ ਵਰਤਮਾਨ। ਇਸ ਕਰਕੇ ਭੂਤ ਲੰਘ ਚੁੱਕਿਆ ਸਮਾਂ, ਵਰਤਮਾਨ ਸਮਾਂ, ਭਵਿਖਯਤ ਆਉਣ ਵਾਲਾ ਸਮਾਂ, ਹੋਇਓ ਨਾ ਹੁਆ ਹੈ ਰਹਿ ਸਮਾਨ। ਇਹ ਗੁਰੂ ਦੇ ਮਨ ਅੰਦਰ ਇਹ ਪਦਾਰਥ ਨਾ ਪੈਦਾ ਹੋਏ ਸਨ, ਨਾ ਹੈ, ਨਾ ਆਉਣ ਵਾਲੇ ਸਮੇਂ ਵਿੱਚ ਹੋਣਗੇ। ਉਹ ਤੇ ਤ੍ਰੈ ਕਾਲ ਤਿੰਨਾਂ ਹੀ ਸਮਿਆਂ ਵਿੱਚ ਨਾਸ਼ਵਾਨ ਮੰਨਦੇ ਆ ਸਾਰਾ ਕੁਝ। ਦੋਹਰਾ ਹਰਖ ਸੋਗ ਕਾ ਦੇਹਰਾ, ਖਿਨ ਆਵੈ ਖਿਨ ਜਾਏ। ਸਤਿਗੁਰੂ ਸਮਝਾਉਂਦੇ ਇਹ ਜਿਹੜਾ ਸਰੀਰ ਹੈ ਨਾ, ਇਹ ਹਰਖ ਸ਼ੋਕ ਦਾ ਇੱਕ ਦੇਹੁਰਾ ਹੈ, ਇੱਕ ਮਕਾਨ ਹੈ। ਜਿਸ ਤਰ੍ਹਾਂ ਮਕਾਨ ਦੇ ਵਿੱਚ ਅਸੀਂ ਸਾਜੋ ਸਮਾਨ ਰੱਖ ਲੈਂਦੇ, ਏਦਾਂ ਸਤਿਗੁਰੂ ਸਮਝਾਉਂਦੇ ਇਹ ਜਿਹੜਾ ਸਰੀਰ ਰੂਪੀ ਦੇਹੁਰਾ ਹੈ, ਇਹ ਸਰੀਰ ਰੂਪੀ ਦੇਹੁਰਾ ਖੁਸ਼ੀ ਗਮੀ ਦਾ ਇੱਕ ਘਰ ਹੈ, ਸਮਝ ਲੈਣਾ ਕਰੋ। ਜੋ ਜਾਗੇ ਸੋ ਸੁਖੀ ਹੋਏ, ਸੋਏ ਸੋ ਦੁੱਖ ਪਾਏ। ਜਿਹੜਾ ਗਿਆਨ ਅਵਸਥਾ ਦੇ ਵਿੱਚ ਜਾਗਦਾ ਹੈ ਉਹ ਸੁਖੀ ਹੁੰਦਾ ਹੈ, ਤੇ ਜਿਹੜਾ ਅਗਿਆਨ ਰੂਪੀ ਨੀਂਦ ਵਿੱਚ ਸੁੱਤਾ ਹੈ ਉਹਨੂੰ ਫਿਰ ਦੁੱਖ ਪ੍ਰਾਪਤ ਹੁੰਦਾ ਹੈ। ਜਿਹੜਾ ਸੌਂਦਾ ਵਾ ਉਹ ਸੁਪਨੇ ਦੇ ਵਿੱਚ ਕਈ ਪਦਾਰਥ ਜਮ੍ਹਾਂ ਕਰ ਲੈਂਦਾ, ਪਰ ਜਿੰਨਾ ਚਿਰ ਅਗਿਆਨ ਰੂਪ ਨੀਂਦ ਵਿੱਚ ਹੈ ਉਹਨਾਂ ਚਿਰ ਉਹ ਹਰਖ ਸੋਗ ਵਿੱਚ ਹੈ। ਜਦੋਂ ਜਾਗ ਜਾਂਦਾ ਫਿਰ ਉਹਦੇ ਮਨ ਉੱਪਰ ਕੋਈ ਅਸਰ ਨਹੀਂ। ਇਸੇ ਤਰੀਕੇ ਨਾਲ ਸਤਿਗੁਰੂ ਸਮਝਾਉਂਦੇ ਦਸਮ ਪਾਤਸ਼ਾਹ, ਪ੍ਰਾਨੀ ਪਰਮ ਪੁਰਖ ਪਗ ਲਾਗੋ, ਸੋਬਤ ਕਹਾ ਮੋਹ ਨਿੰਦਰਾ ਮੈਂ, ਕਬਹੂ ਸੁਚੇਤ ਹੋਇਆ ਜਾਗੋ। ਇਹ ਹਰਖ ਅਤੇ ਸੋਗ ਉਹਨਾਂ ਚਿਰ ਹੈ ਜਿੰਨਾ ਚਿਰ ਮੋਹ ਦੀ ਨੀਂਦ ਵਿੱਚ ਸੁੱਤੇ। ਜਦੋਂ ਇਹ ਜੀਵ ਗੁਰਬਾਣੀ ਰੂਪ ਸਤਿਗੁਰਾਂ ਦੇ ਚਰਨਾਂ ਨਾਲ ਜੁੜ ਕੇ ਜਾਗਦਾ ਗਿਆਨ ਅਵਸਥਾ ਵਿੱਚ, ਫਿਰ ਇਹਦੇ ਮਨ ਉੱਪਰ ਹਰਖ ਸੋਗ ਦਾ ਕੋਈ ਅਸਰ ਨਹੀਂ ਹੁੰਦਾ। ਇਹ ਉਹਨਾਂ ਚਿਰ ਹੈ ਜਿੰਨਾ ਚਿਰ ਮੋਹ ਵਿੱਚ ਹਾਂ। ਨਾਮ ਧਿਆਵੋ ਸ਼ਬਦ ਕੋ ਅਰਥ ਵਿਚਾਰੋ ਨਿਤ। ਇਸ ਕਰਕੇ ਸਤਿਗੁਰੂ ਸਮਝਾਉਂਦੇ ਭਾਈ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਧਿਆਉਣਾ ਕਰੋ ਹਰ ਵਕਤ, ਤੇ ਸਤਿਗੁਰਾਂ ਦੁਆਰਾ ਦਿੱਤੇ ਹੋਏ ਸ਼ਬਦ ਦਾ ਅਰਥ ਹੈ ਮਹਾਵਾਕ। ਮਹਾਵਾਕ ਦੇ ਅਰਥ ਆਪਣੇ ਚਿੱਤ ਵਿੱਚ ਹਮੇਸ਼ਾ ਹੀ ਵਿਚਾਰਨਾ ਕਰੋ। ਜਾਂ ਸ਼ਬਦ ਦਾ ਅਰਥ ਹੁੰਦਾ ਹੈ ਬ੍ਰਹਮ। ਹਮੇਸ਼ਾ ਹੀ ਆਪਣੇ ਚਿੱਤ ਵਿੱਚ ਬ੍ਰਹਮ ਦੀ ਸ਼ਬਦ ਦੀ ਵਿਚਾਰ ਉਹ ਹਰ ਜੀਵ ਨੂੰ ਕਰਨੀ ਚਾਹੀਦੀ ਹੈ। ਜਿਵੇਂ ਸਤਿਗੁਰੂ ਸਮਝਾਉਂਦੇ ਨਾ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੀ। ਜੇ ਆਪਣਾ ਦਿਲ ਆਪਣੇ ਨਿੱਜੀ ਆਤਮਾ ਦੀ ਵਿਚਾਰ ਤੂੰ ਰੋਜ਼ਾਨਾ ਕਰੇ ਤਾਂ ਤੈਨੂੰ ਕਿਸੇ ਪ੍ਰਕਾਰ ਦੀ ਕੋਈ ਪਰੇਸ਼ਾਨੀ ਉਹ ਵਿਆਪੇਗੀ ਨਹੀਂ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣੇ ਮੂਲ ਦੇ ਨਾਲ ਜੁੜਨ ਕਰਕੇ, ਮੁੱਢ ਨਾਲ ਜੁੜਨ ਕਰਕੇ ਕਿਸੇ ਪ੍ਰਕਾਰ ਦਾ ਕੋਈ ਦੁੱਖ ਨਹੀਂ ਵਿਆਪਦਾ। ਗੁਰਬਾਣੀ ਸਿੱਖਿਆ ਬਿਨਾ ਤਿਨਾ ਨਾ ਸੋਗੀ ਮਿਤ। ਤੇ ਜਿਹੜਾ ਸੰਸਾਰ ਦੇ ਅੰਦਰ ਗੁਰਬਾਣੀ ਅਤੇ ਨਾਮ ਸਿਮਰਨ ਤੋਂ ਰਹਿਤ ਹੈ, ਸਤਿਗੁਰੂ ਫਰਮਾਉਂਦੇ ਉਹਦੇ ਹਿਰਦੇ ਦੇ ਵਿੱਚ ਹਰਖ ਸੋਗ ਦਾ ਇਹ ਚੱਕਰ ਵਪਾਰ ਇਹ ਚੱਲਦਾ ਰਹਿੰਦਾ ਹਰ ਵਕਤ। ਮਲ ਮਲ ਨਹਾਈ ਕਾਮਣੀ, ਖੋੜਸ ਕਰੇ ਸਿੰਗਾਰ। ਸਤਿਗੁਰਾਂ ਨੇ ਗੁਰਬਾਣੀ ਵਿੱਚ ਬਹੁਤ ਵਾਰ ਇਸ ਉਦਾਹਰਣ ਦੀ ਵਰਤੋਂ ਕੀਤੀ ਹੈ। ਜਿਸ ਤਰੀਕੇ ਦੇ ਨਾਲ ਇੱਕ ਔਰਤ, ਇੱਕ ਇਸਤਰੀ ਆਪਣੇ ਤਨ ਦੇ ਉੱਪਰ ਸ਼ਿੰਗਾਰ ਕਰਨਾ ਕਰੇ। ਖਸਮ ਨਾ ਭਾਈ ਕਹਾ ਫਲ, ਸੋ ਸ਼ਰਮਿੰਦੀ ਨਾਰ। ਪਰੰਤੂ ਜੇ ਉਹ ਕੀਤੇ ਹੋਏ ਸ਼ਿੰਗਾਰ ਪਤੀ ਨੂੰ ਨਾ ਭਾਉਣ ਤੇ ਸਾਰੇ ਵਿਅਰਥ ਹੈ। ਇਸੇ ਤਰੀਕੇ ਨਾਲ ਆ ਜਿਤਨੇ ਕਰਮਕਾਰ ਕਰਦੇ ਆ, ਗੁਰਬਾਣੀ ਦੇ ਵਿੱਚ ਜੀਵ ਨੂੰ ਇਸਤਰੀ ਕਿਹਾ ਹੈ। ਪੁਰਸ਼ ਕੇਵਲ ਤੇ ਕੇਵਲ ਪਰਮਾਤਮਾ ਹੈ। ਜੀਵ ਰੂਪ ਇਸਤਰੀ ਜਿੰਨੇ ਕਰਮ ਧਰਮ ਰੂਪੀ ਸ਼ਿੰਗਾਰ ਕਰਦੀ ਹੈ, ਜੇ ਇਹ ਕੀਤੇ ਹੋਏ ਕਰਮ ਪਰਮਾਤਮਾ ਪਤੀ ਨੂੰ ਨਹੀਂ ਪਾਏ ਤਾਂ ਫਿਰ ਸਾਰੇ ਫਜ਼ੂਲ ਆ, ਇਹ ਕਿਸੇ ਕੰਮ ਨਹੀਂ, ਨਿਕੰਮੇ ਹਨ। ਕੀਤਾ ਹੋਇਆ ਦਾਨ ਪੁੰਨ, ਕੀਤਾ ਹੋਇਆ ਰੱਖੇ ਹੋਏ ਵਰਤ ਆਦਿਕ, ਕੀਤੇ ਹੋਏ ਧਾਰਮਿਕ ਅਸਥਾਨਾਂ ਤੇ ਸਰੋਵਰਾਂ ਤੇ ਇਸ਼ਨਾਨ ਆਦਿਕ, ਇਹ ਸਾਰੇ ਇੱਕ ਸ਼ਿੰਗਾਰ ਦੀ ਤਰ੍ਹਾਂ ਹਨ ਜੋ ਜੀਵ ਰੂਪ ਇਸਤਰੀ ਆਪਣੇ ਤਨ ਦੇ ਉੱਪਰ ਸਜਾਉਂਦੀ ਹੈ, ਮਨ ਦੇ ਉੱਪਰ ਸਜਾਉਂਦੀ ਹੈ।
ਪਰ ਇਹ ਜੇ ਸਾਰੇ ਕਰਮ ਧਰਮ ਪਰਮਾਤਮਾ ਦੀ ਦਰਗਾਹ ਦੇ ਵਿੱਚ ਪ੍ਰਵਾਨ ਨਹੀਂ, ਜੇ ਉਹਨੂੰ ਨਹੀਂ ਪਾਏ ਤਾਂ ਫਿਰ ਸਾਰੇ ਵਿਅਰਥ ਆ। ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਿ। ਕਰਮ ਧਰਮ ਤਾਂ ਕਰਦੇ ਅਕਾਲ ਪੁਰਖ ਵਾਹਿਗੁਰੂ ਦੀ ਨਿਗਾਹ ਦੇ ਵਿੱਚ ਪ੍ਰਵਾਨ ਹੋ ਜਾਣ, ਕਬੂਲ ਹੋ ਜਾਣ, ਪਰ ਜੇ ਪ੍ਰਵਾਨ ਹੀ ਨਾ ਹੋਏ ਤਾਂ ਫਿਰ ਫਜ਼ੂਲ ਆ। ਪਏ ਕਬੂਲ ਖਸਮ ਨਾਲ ਜਾਂ ਘਾਲ ਮਰਦੀ ਘਾਲੀ, ਪਰ ਜਿਹੜਾ ਗੁਰੂ ਘਰ ਦੇ ਵਿੱਚ ਆਪਣਾ ਆਪ ਮਾਰ ਕੇ ਮਰਦਾਂ ਦੀ ਤਰ੍ਹਾਂ ਹੋ ਕਰਕੇ ਘਾਲਣਾ ਨੂੰ ਘਾਲਦਾ, ਉਹਦੀ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਕੀਤੇ ਹੋਏ ਕਰਮ ਧਰਮ ਉਹ ਪ੍ਰਵਾਨ ਹੋ ਜਾਂਦੇ ਹਨ। ਗੁਰੂ ਜੋ ਆਇਆ ਨਾਮ ਧਰ, ਲਹਿਰੀ ਲੁਬਕੀ ਦੂਰ। ਸਤਿਗੁਰੂ ਫਰਮਾਉਂਦੇ ਆ, ਜਿਹੜਾ ਸੰਸਾਰ ਦੇ ਅੰਦਰ ਗੁਰੂ ਦਾ ਨਾਮ ਰਖਾ ਕੇ ਆਉਂਦਾ ਹੈ ਨਾ, ਗੁਰੂ ਦਾ ਨਾਮ ਰਖਾਉਣ ਤੋਂ ਭਾਵ ਹੈ ਕਿ ਮੇਰਾ ਗੁਰੂ ਧੰਨ ਗੁਰੂ ਨਾਨਕ ਹੈ, ਮੈਂ ਕਲਗੀਧਰ ਪਾਤਸ਼ਾਹ ਦਾ ਸਿੰਘ ਹਾਂ, ਸਿੱਖ ਹਾਂ, ਮੈਂ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਹੈ। ਜਿਹੜਾ ਇਸ ਤਰੀਕੇ ਨਾਲ ਆਪਣਾ ਨਾਮ ਧਰਾਉਂਦਾ ਹੈ, ਸੋਈ ਸਿੱਖ ਭਾਣ ਧਰੇ ਗੁਰ ਕੇ ਸਦਾ ਹਜੂਰ। ਸਤਿਗੁਰੂ ਫਰਮਾਉਂਦੇ ਉਹਦੇ ਮਨ ਉੱਪਰ ਲੋਭ ਦੀਆਂ ਲਹਿਰਾਂ ਦਾ ਕਿਸੇ ਪ੍ਰਕਾਰ ਕੋਈ ਅਸਰ ਨਹੀਂ ਹੁੰਦਾ। ਜਿਵੇਂ ਗੁਰਬਾਣੀ ਚ ਭਗਤ ਫਰੀਦ ਸਾਹਿਬ ਸਮਝਾਉਂਦੇ ਨਾ, ਫਰੀਦਾ ਰੱਤੀ ਰਤ ਨਾ ਨਿਕਲੈ ਜੇ ਤਨ ਚੀਰੈ ਕੋਏ। ਜਿਹੜਾ ਕੋਈ ਗੁਰਮੁਖ ਦਾ ਸਰੀਰ ਚੀਰ ਕੇ ਵੇਖੇ ਨਾ, ਉਹਦੇ ਵਿੱਚੋਂ ਰਤ ਨਹੀਂ ਨਿਕਲਦਾ, ਖੂਨ ਨਹੀਂ ਨਿਕਲਦਾ। ਇੱਥੇ ਤਰਕ ਕਰਨ ਵਾਲੇ ਨੇ ਤਰਕ ਕਰ ਦਿੱਤੀ ਵੀ ਹਰ ਇੱਕ ਦਾ ਸਰੀਰ ਪੰਜਾਂ ਤੱਤਾਂ ਦਾ ਹੈ, ਹਰ ਇੱਕ ਦੇ ਅੰਦਰ ਹੱਡੀਆਂ, ਮਾਸ, ਖੂਨ, ਚਰਬੀ ਹੈ, ਤੇ ਜਿਹੜਾ ਗੁਰਮੁਖ ਹੋ ਜਾਂਦਾ ਹੈ ਫਿਰ ਉਹਦੇ ਅੰਦਰ ਖੂਨ ਕਿਉਂ ਨਹੀਂ ਹੈ? ਤੇ ਗੁਰਬਾਣੀ ਨੇ ਇਹ ਤਰਕ ਅਗਲੇ ਸ਼ਬਦ ਵਿੱਚ ਮੇਟ ਦਿੱਤੀ। ਪਹਿਲੀ ਤੁਕ ਵਿੱਚ ਸਤਿਗੁਰੂ ਸਮਝਾਉਂਦੇ, ਫਰੀਦਾ ਰੱਤੀ ਰਤ ਨਾ ਨਿਕਲੈ, ਰੱਤਾ ਮਾਤਰ ਵੀ ਰਤ ਖੂਨ ਨਹੀਂ ਨਿਕਲੂਗਾ ਕਿਹਦੇ ਸਰੀਰ ਵਿੱਚੋਂ? ਫਰੀਦਾ ਰੱਤੀ ਰਤ ਨਾ ਨਿਕਲੈ ਜੇ ਤਨ ਚੀਰੈ ਕੋਏ। ਜੋ ਤਨ ਰੱਤੇ ਰੱਬ ਸਿਉ ਤਿੰਨ ਤਨ ਲੋਭ ਰਤ ਨਾ ਹੋਏ। ਜਿਹੜੇ ਸਰੀਰ ਪਰਮਾਤਮਾ ਦੇ ਨਾਮ ਰੰਗ ਵਿੱਚ ਰੱਤੇ ਗਏ, ਉਹਨਾਂ ਦੇ ਸਰੀਰਾਂ ਵਿੱਚੋਂ, ਉਹਨਾਂ ਦੇ ਮਨਾਂ ਵਿੱਚੋਂ ਰੱਤਾ ਭਰ ਵੀ ਲੋਭ ਦੀ ਅੰਸ਼ ਨਹੀਂ ਨਿਕਲੂਗੀ। ਲੋਭ ਰੂਪੀ ਰਤ ਖੂਨ ਉਹਨਾਂ ਦਾ ਖਤਮ ਹੋ ਜਾਂਦਾ। ਇੱਥੇ ਲੋਭ ਨੂੰ ਖੂਨ ਕਿਉਂ ਆਖਿਆ? ਕਿਉਂਕਿ ਅਸੀਂ ਲੋਭ ਦੇ ਵਿੱਚ ਆ ਕੇ ਆਪਣੇ ਖੂਨ ਦੇ ਰਿਸ਼ਤੇ ਉਹ ਵੀ ਭੁੱਲ ਜਾਂਦੇ ਹਾਂ। ਕਲਯੁਗ ਦੇ ਸਮੇਂ ਅੰਦਰ ਲੋਭ ਇੰਨਾ ਪ੍ਰਬਲ ਹੋ ਚੁੱਕਿਆ ਕਿ ਭਰਾ ਦਾ ਖੂਨ ਕਰ ਦਿੰਦਾ ਹੈ। ਭਰਾ ਦੇ ਵਾਸਤੇ ਜਾਂ ਮਾਂ ਪਿਓ ਦੇ ਵਾਸਤੇ ਪੁੱਤਰ ਮਾਇਨੇ ਨਹੀਂ ਰੱਖਦਾ, ਪੁੱਤ ਦੇ ਵਾਸਤੇ ਮਾਂ ਪਿਓ ਮਾਇਨੇ ਨਹੀਂ। ਇੱਕ ਲੋਭ ਹੈ, ਲੋਭ ਕਿਸੇ ਦਾ ਵੀ ਖੂਨ ਕਰਾ ਦਿੰਦਾ ਹੈ। ਇਸ ਕਰਕੇ ਸਤਿਗੁਰੂ ਫਰਮਾਉਂਦੇ, ਲੋਭ ਇੱਕ ਖੂਨ ਦੀ ਤਰ੍ਹਾਂ ਹੈ ਜਿਸ ਦੇ ਕਰਕੇ ਇਹ ਜੀਵ ਕਈ ਪਾਪ ਕਰਦਾ, ਕਈਆਂ ਦਾ ਹਥਿਆਰਾ ਬਣ ਜਾਂਦਾ ਹੈ। ਅਸੰਖ ਪਾਪੀ ਅਸੰਖ ਗਲ ਵੱਢ ਹੱਤਿਆ ਕਮਾਹੇ, ਕਈਆਂ ਦੇ ਗਲ ਵੱਢਣ ਵਾਸਤੇ ਤਿਆਰ ਹੋ ਜਾਂਦਾ। ਪਰ ਜਿਹੜੇ ਗੁਰਮੁਖ ਨਾਮ ਰੰਗ ਦੇ ਵਿੱਚ ਰੱਤੇ ਜਾਂਦੇ ਹੈ, ਉਹਨਾਂ ਦੇ ਮਨ ਰੂਪੀ ਸਰੀਰਾਂ ਦੇ ਵਿੱਚ ਰੱਤਾ ਮਾਤਰ ਵੀ ਲੋਭ ਦੀ ਰਤ ਨਹੀਂ ਨਿਕਲੂਗੀ, ਭਾਵੇਂ ਉਹਨਾਂ ਦੇ ਸਰੀਰ ਚੀਰ ਕੇ ਕੋਈ ਵੇਖ ਲਵੇ। ਇਸ ਕਰਕੇ ਸਤਿਗੁਰੂ ਇੱਥੇ ਸਮਝਾਉਂਦੇ ਕਲਗੀਧਰ ਪਾਤਸ਼ਾਹ ਸਿੰਘਾਂ ਨੂੰ ਕਿ ਭਾਈ ਜਿਹੜਾ ਸੰਸਾਰ ਦੇ ਅੰਦਰ ਗੁਰੂ ਦਾ ਨਾਮ ਧਰਾਉਂਦਾ ਹੈ ਨਾ, ਬਾਣੀ ਨਾਲ ਜੁੜਿਆ, ਸੇਵਾ ਸਿਮਰਨ ਨਾਲ ਜੁੜਿਆ, ਉਹਦੇ ਅੰਦਰ ਲੋਭ ਦੀਆਂ ਲਹਿਰਾਂ ਨਹੀਂ ਪੈਦਾ ਹੁੰਦੀਆਂ, ਉਹ ਦੂਰ ਰਹਿੰਦਾ ਹੈ। ਸੋਈ ਸਿੱਖ ਭਾਣਾ ਧਰੇ ਗੁਰ ਕੇ ਸਦਾ ਹਜੂਰ। ਉਹੋ ਹੀ ਅਸਲੀ ਸਿੱਖ ਹੈ, ਉਹੋ ਹੀ ਗੁਰੂ ਨੂੰ ਭਾਣੇ ਭਾ ਜਾਂਦਾ ਹੈ, ਉਹੋ ਹੀ ਸਤਿਗੁਰਾਂ ਦੇ ਹਰ ਵਕਤ ਹਜੂਰ ਰਹਿੰਦਾ ਹੈ। ਮਹਾਰਾਜ ਉਹਨੂੰ ਆਪਣੀਆਂ ਅੱਖਾਂ ਤੋਂ ਕਦੇ ਵਾਸਤੇ ਦੂਰ ਨਹੀਂ ਕਰਦੇ। ਇਸ ਤਰ੍ਹਾਂ ਕਲਗੀਧਰ ਪਾਤਸ਼ਾਹ ਮਹਾਰਾਜ ਗੁਰੂ ਕੇ ਖਾਲਸੇ ਦੇ ਤਾਈਂ ਇਹ ਸ਼ੁਭ ਸਿੱਖਿਆ, ਜਿੱਥੇ ਜੰਗ ਯੁੱਧ ਦਾ ਪ੍ਰਸੰਗ ਚੱਲਦਾ ਪਿਆ, ਉੱਥੇ ਨਾਲ ਕਲਗੀਧਰ ਪਾਤਸ਼ਾਹ ਅਧਿਆਤਮਕ ਗਿਆਨ ਉਹ ਵੀ ਸਿੱਖਾਂ ਦੇ ਵਿੱਚ ਵੰਡਦੇ ਪਏ ਹੈ। ਹਾਲਾਂਕਿ ਚਾਰੇ ਦਿਸ਼ਾਵਾਂ ਦੇ ਵਿੱਚ ਅਨੰਦਪੁਰ ਨੂੰ ਮੁਗਲਾਂ ਅਤੇ ਪਹਾੜੀ ਫੌਜਾਂ ਨੇ ਘੇਰਿਆ ਹੈ, ਪਰ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਮਨ ਉੱਪਰ ਰੱਤਾ ਭਰ ਵੀ ਕੋਈ ਅੰਦੇਸ਼ ਨਹੀਂ ਹੈ, ਕੋਈ ਚਿੰਤਾ ਨਹੀਂ ਹੈ, ਕੋਈ ਪਰੇਸ਼ਾਨੀ ਨਹੀਂ ਹੈ। ਸਤਿਗੁਰੂ ਗਿਆਨ ਅਵਸਥਾ ਦੇ ਵਿੱਚ ਆਪਣੇ ਸਿੰਘਾਂ ਦੇ ਤਾਈਂ ਅਧਿਆਤਮਕ ਦਾ ਪ੍ਰਸ਼ਾਦ ਉਹ ਵਰਤਾਉਂਦੇ ਪਏ। ਇੱਥੋਂ ਤੱਕ ਦੀ ਵਿਚਾਰ ਆਈ, ਸਮੇਂ ਦੀ ਸਮਾਪਤੀ ਹੈ।
ਵਿਚਾਰ ਕਰਦਿਆਂ ਅੱਖਰੀ ਅਰਥ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਸਤਿਗੁਰੂ ਪਾਤਸ਼ਾਹ ਆਪ ਗੁਰੂ ਰੂਪ ਸੰਗਤ ਬਖਸ਼ਣੇ ਜੋਗੋ ਬਖਸ਼ ਦੇਣਾ ਜੀ। ਅੱਗੇ ਵਾਸਤੇ ਸਮਤ ਬਖਸ਼ੀ ਨੂੰ। ਅੱਗੋਂ ਦਾ ਪ੍ਰਸੰਗ ਜਿਸ ਤਰੀਕੇ ਦੇ ਨਾਲ ਸਤਿਗੁਰੂ ਪਾਤਸ਼ਾਹ ਵੈਰੀਆਂ ਦੇ ਜਲ ਰੋਕਣ ਤੇ ਫਿਰ ਅੱਗੋਂ ਜੰਗ ਜਾਰੀ ਰੱਖਣਗੇ, ਕੱਲ ਦੇ ਦੀਵਾਨ ਅੰਦਰ ਸਰਵਣ ਕਰਾਂਗੇ। ਸਮੇਂ ਸਿਰ ਹਾਜ਼ਰੀਆਂ ਭਰ ਕੇ ਸਰਵਣ ਕਰਨਾ। 2 ਪੰਕਤੀਆਂ ਪੜ੍ਹ ਕੇ ਸਮਾਪਤੀ। ਲੇਖੈ ਕਤਹਿ ਨਾ ਛੂਟੀ ਹੈ, ਖਿਨ ਖਿਨ ਭੂਲਣ ਹਾਰ, ਬਖਸ਼ਨ ਹਾਰ ਬਖਸ਼ ਲੈ। ਨਾਨਕ ਪਾਰ ਉਤਾਰ, ਆਏ ਪ੍ਰਭ ਸਰਨਾਗਤੀ। ਕਿਰਪਾ ਨਿਧ ਦਇਆਲ, ਏਕ ਅੱਖਰ ਹਰ ਮਨ ਬਸਤ। ਨਾਨਕ ਹੋਤ ਨਿਹਾਲ। ਗੁਰੂ ਜੋ ਆਇਆ ਨਾਮ ਧਰ, ਲਹਿਰੀ ਲੁਬਕੀ ਦੂਰ। ਸੋਈ ਸਿੱਖ ਭਾਣਾ ਧਰੇ, ਗੁਰ ਕੇ ਸਦਾ ਹਜੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।